हेलो स्टूडेंट्स, अपना चैप्टर चल रहा है इंटरफेरेंस ऑफ लाइट। देखो ऑप्टिक्स है बेटा जी, कंपैरेटिवली टफ है थोड़ी जी, तो इनू नाल पढ़ लो और नाल ही समझने की कोशिश करो। इट्स अपना नैक्सट टॉपिक है मैथड्स ऑफ ऑबटेनिंग इंटरफेरेंस पैटर्न। किहड़े किहड़े मैथड्स ने जिन्हां दे थ्रू असी इंटरफेरेंस ऑबटेन कर सकते हैं। देखो जिस तरह इनिशियली आपां एक मैथड पढ़ चुके हैं ਜਿਹੜਾ ਕੀ ਸੀਗਾ ਯੰਗ ਡਬਲ ਸਲਿਟ ਐਕਸਪੈਰੀਮੈਂਟ ਸੀ, ਜਿਹੜਾ ਕਿ ਅਸੀਂ ਲੋਅਰ ਕਲਾਸਿਸ ਦੇ ਵਿੱਚ ਵੀ ਪੜ੍ਹਿਆ ਹੋਇਆ ਹੈ। ਹੁਣ ਯੰਗ ਡਬਲ ਸਲਿਟ ਐਕਸਪੈਰੀਮੈਂਟ ਜਿਹੜਾ ਸੀ ਉਹਦੇ 'ਚ ਕੀ ਸੀ ਕਿ ਆਪਣੇ ਕੋਲ ਇੱਕ ਸੋਰਸ ਸੀ, ਉਸ ਸਿੰਗਲ ਸੋਰਸ ਤੋਂ ਆਪਾਂ ਨੇ ਦੋ ਸਲਿਟਸ ਇਲੂਮੀਨੇਟ ਕਰਵਾਈਆਂ ਸੀ ਤਾਂ ਕਿ ਜਦੋਂ ਉਹ ਰੇਜ਼ ਨੇ ਜਿਹੜੀਆਂ ਉਹ ਲਾਈਟ ਰੇਜ਼ ਕਿਸੇ ਪੁਆਇੰਟ 'ਤੇ ਫਾਲ ਕਰਦੀਆਂ ਨੇ ਤਾਂ ਉਹਦੇ ਅਕੋਰਡਿੰਗ ਪਾਥ ਡਿਫਰੈਂਸ ਦੇ ਅਕੋਰਡਿੰਗ ਉੱਥੇ ਮੈਕਸਿਮਾ ਜਾਂ ਮਿਨੀਮਾ ਬਣਦੇ ਸੀ। ਪਰ ਉੱਥੇ ਪਰਪਸ ਕੀ ਸੀ ਕਿ ਅਸੀਂ ਇੱਕ ਸਿੰਗਲ ਸੋਰਸ ਤੋਂ ਦੋ ਸਲਿਟਸ ਇਲੂਮੀਨੇਟ ਕਰਾਈਆਂ। ਉਹਦਾ ਰੀਜ਼ਨ ਹੈ ਕਿ ਸਾਨੂੰ ਇੰਟਰਫੇਰੈਂਸ ਦੀ ਜਿਹੜੀ ਮੇਨ ਕੰਡੀਸ਼ਨ ਹੈ ਉਹ ਅਚੀਵ ਕਰਨੀ ਪੈਂਦੀ ਹੈ। ਕੰਡੀਸ਼ਨ ਕੀ ਹੈ ਕਿ ਦ ਸੋਰਸਿਸ ਮਸਟ ਬੀ ਕੋਹਰੈਂਟ ਹੋਣੇ ਚਾਹੀਦੇ ਨੇ। ਤਾਂ ਉਹ ਕੋਹਰੈਂਟ ਜਿਹੜਾ ਹੈ ਉਹ ਇੱਕ ਮੈਥਡ ਸੀ ਯੰਗ ਡਬਲ ਸਲਿਟ ਐਕਸਪੈਰੀਮੈਂਟ ਦਾ। ਬੇਸਿਕਲੀ ਕੋਹਰੈਂਸ ਨੂੰ ਓਬਟੇਨ ਕਰਨ ਦੇ ਦੋ ਤਰੀਕੇ ਨੇ। ਉਹ ਦੋ ਤਰੀਕੇ ਕਿਹੜੇ ਕਿਹੜੇ ਨੇ? ਜਾਂ ਤਾਂ ਡਿਵੀਜ਼ਨ ਆਫ ਵੇਵ ਫਰੰਟ ਹੈ ਜਾਂ ਡਿਵੀਜ਼ਨ ਆਫ ਐਂਪਲੀਟਿਊਡ ਹੈ। ਤੁਹਾਡੀਆਂ ਬੁੱਕਸ ਦੇ ਵਿੱਚ ਬੇਟਾ ਪੇਜ ਨੰਬਰ 17 ਤੇ ਇੱਕ ਥਿਓਰੈਟੀਕਲ ਟੌਪਿਕ ਦਿੱਤਾ ਹੋਇਆ ਹੈ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ, ਡਿਵੀਜ਼ਨ ਆਫ ਵੇਵ ਫਰੰਟ, ਡਿਵੀਜ਼ਨ ਆਫ ਐਂਪਲੀਟਿਊਡ। ਹੁਣ ਡਿਵੀਜ਼ਨ ਆਫ ਵੇਵ ਫਰੰਟ ਦੇ ਵਿੱਚ ਕੀ ਆਉਂਦਾ ਹੈ? ਜਿਸ ਤਰ੍ਹਾਂ ਆਪਾਂ ਯੰਗ ਡਬਲ ਸਲਿਟ ਐਕਸਪੈਰੀਮੈਂਟ ਕੀਤਾ ਸੀ, ਉਹ ਐਕਸਪੈਰੀਮੈਂਟ ਦੇ ਵਿੱਚ ਕੀ ਸੀ ਕਿ ਉਰੇ ਲਾਈਟ ਦਾ ਸੋਰਸ ਪਿਆ, ਉਹਦਾ ਵੇਵ ਫਰੰਟ ਬਣ ਰਿਹਾ, ਉਹ ਵੇਵ ਫਰੰਟ ਹੀ ਫਰਦਰ ਡਿਵਾਈਡ ਹੁੰਦਾ ਟੂ ਪਾਰਟਸ ਦੇ ਵਿੱਚ। ਦੈਟ ਮੀਨਸ ਕਿ ਅਗਰ ਇਹ ਵਾਲੇ ਸੋਰਸ 'ਚ ਇਸ ਪੁਆਇੰਟ 'ਤੇ ਕੋਈ ਚੇਂਜ ਆਊਗਾ ਤਾਂ ਉਹ ਇਹਨਾਂ ਦੋਨਾਂ ਬੀਮਸ ਦੇ ਵਿੱਚ ਇਕੁਅਲੀ ਚੇਂਜ ਸ਼ੋ ਕਰੂਗਾ। ਕਹਿਣ ਦਾ ਮਤਲਬ ਫੇਜ਼ ਡਿਫਰੈਂਸ ਹੈ ਜਿਹੜਾ ਉਹ ਥਰੂ ਆਊਟ ਦਾ ਪ੍ਰੋਸੈਸ ਸੇਮ ਰਹੂਗਾ। ਤਾਂ ਇਹ ਇੱਕ ਮੈਥਡ ਸੀ ਬਾਈ ਡਿਵੀਜ਼ਨ ਆਫ ਵੇਵ ਫਰੰਟ। ਉਸੇ ਤਰ੍ਹਾਂ ਡਿਵੀਜ਼ਨ ਆਫ ਵੇਵ ਫਰੰਟ 'ਚ ਹੋਰ ਮੈਥਡਸ ਵੀ ਨੇ। ਉਹ ਮੈਥਡ ਕੀ ਨੇ ਕਿ ਇੱਕ ਸੋਰਸ ਅਤੇ ਉਹਦੀ ਵਰਚੁਅਲ ਇਮੇਜ ਨੂੰ ਯੂਜ਼ ਕੀਤਾ ਜਾ ਸਕਦਾ ਇੰਟਰਫੇਰੈਂਸ ਕਰਵਾਉਣ ਦੇ ਲਈ, ਜਾਂ ਕਿਸੇ ਵੀ ਸੋਰਸ ਦੀਆਂ ਦੋ ਵਰਚੁਅਲ ਇਮੇਜਿਸ ਬਣਾ ਕੇ ਉਹਨਾਂ ਦੋਨੋਂ ਵਰਚੁਅਲ ਇਮੇਜਿਸ ਨੂੰ ਇੰਟਰਫੇਰੈਂਸ ਕਰਵਾਇਆ ਜਾ ਸਕਦਾ ਹੈ। ਤਾਂ ਇਹ ਕੁਝ ਡਿਫਰੈਂਟ ਮੈਥਡਸ ਨੇ। ਦੇਖੋ ਫਸਟ ਮੈਥਡ ਕੀ ਹੈ ਕਿ ਸੋਰਸ ਅਤੇ ਉਹਦੀ ਵਰਚੁਅਲ ਇਮੇਜ। ਸੈਕਿੰਡ ਮੈਥਡ ਕੀ ਹੈ ਕਿ ਕਿਸੇ ਸੋਰਸ ਦੀਆਂ ਦੋ ਵਰਚੁਅਲ ਇਮੇਜਿਸ ਬਣਾ ਕੇ ਉਹ ਵਰਚੁਅਲ ਇਮੇਜਿਸ ਨੂੰ ਦੀ ਹੀ ਇੰਟਰਫੇਰੈਂਸ ਕਰਾਈ ਜਾਏ। ਦੈਟ ਮੀਨਸ ਕੀ ਹੋਊਗਾ? ਦੇਖੋ ਫਸਟ ਕੇਸ 'ਚ ਸੋਰਸ 'ਤੇ ਉਹਦੀ ਇਮੇਜ ਹੈ, ਸੋਰਸ 'ਚ ਕੋਈ ਚੇਂਜ ਤਾਂ ਉਹਦੀ ਵਰਚੁਅਲ ਇਮੇਜ 'ਚ ਵੀ ਸੇਮ ਚੇਂਜ ਪ੍ਰੋਡਿਊਸ ਹੋਊਗਾ, ਤਾਂ ਉਹ ਇੱਕ ਤਰ੍ਹਾਂ ਦਾ ਕੋਹਰੈਂਟ ਦੀ ਕੰਡੀਸ਼ਨ ਨੂੰ ਅਚੀਵ ਕਰ ਲੈਣਗੇ। ਉਸੇ ਤਰ੍ਹਾਂ ਕਿਸੇ ਇੱਕ ਸੋਰਸ ਦੀਆਂ ਦੋ ਵਰਚੁਅਲ ਇਮੇਜਿਸ ਨੂੰ ਅਗਰ ਅਸੀਂ ਇੰਟਰਫੇਰੈਂਸ ਕਰਾਉਂਦੇ ਹਾਂ ਤਾਂ ਉਹਨਾਂ 'ਚ ਵੀ ਕੋਹਰੈਂਸ ਦੀ ਕੰਡੀਸ਼ਨ ਹੈ ਜਿਹੜੀ ਉਹ ਅਚੀਵ ਹੋਊਗੀ। ਤਾਂ ਜਿਹੜਾ ਫਸਟ ਮੈਥਡ ਹੈ that is Lloyd single mirror method। ਇਸ ਮੈਥਡ ਦੇ ਵਿੱਚ ਕੀ ਹੈ? ਨਾਮ ਹੀ ਯਾਦ ਕਰਨੇ ਬੇਟਾ ਆਪਾਂ ਨੇ। Lloyd single mirror method 'ਚ ਕੀ ਹੈ? ਇਮੇਜ ਤੇ ਸੋਰਸ। ਉਸ ਤੋਂ ਬਾਅਦ ਨੈਕਸਟ ਮੈਥਡ ਹੈ ਫਰੈਨਲ ਬਾਈਪ੍ਰਿਜ਼ਮ ਮੈਥਡ 'ਚ ਕੀ ਹੋਊਗਾ? ਸੋਰਸ ਤੇ ਉਹਦੀਆਂ ਦੋ ਵਰਚੁਅਲ ਇਮੇਜਿਸ ਨੂੰ ਇੰਟਰਫੇਰੈਂਸ ਕਰਵਾਇਆ ਜਾਊਗਾ। ਸੋ ਇਸ ਤਰ੍ਹਾਂ ਇਹ ਡਿਫਰੈਂਟ ਜਿਹੜੇ ਮੈਥਡਸ ਨੇ ਡਿਵੀਜ਼ਨ ਆਫ ਵੇਵ ਫਰੰਟ ਦੇ ਅੰਡਰ ਆਉਂਦੇ ਨੇ। ਉਸ ਤੋਂ ਬਾਅਦ ਨੈਕਸਟ ਹੈ ਡਿਵੀਜ਼ਨ ਆਫ ਐਂਪਲੀਟਿਊਡ। ਨੈਕਸਟ ਮੈਥਡ ਹੈ ਬੇਟਾ ਡਿਵੀਜ਼ਨ ਆਫ ਐਂਪਲੀਟਿਊਡ। ਡਿਵੀਜ਼ਨ ਆਫ ਐਂਪਲੀਟਿਊਡ ਦਾ ਕੀ ਮਤਲਬ ਹੈ? ਜਿਸ ਤਰ੍ਹਾਂ ਸਪੋਜ਼ ਕਰੋ ਤੁਹਾਡੇ ਕੋਲ ਦੋ ਮੀਡੀਅਮ ਪਏ ਨੇ। ਫਸਟ ਮੀਡੀਅਮ ਰਿਫਰੈਕਟਿਵ ਇੰਡੈਕਸ N1, ਸੈਕਿੰਡ ਮੀਡੀਅਮ ਰਿਫਰੈਕਟਿਵ ਇੰਡੈਕਸ N2। ਅਗਰ ਕੋਈ ਵੇਵ ਇੱਥੇ ਫਾਲ ਕਰਦੀ ਹੈ, ਕੋਈ ਰੇ ਆਫ ਲਾਈਟ ਇਹਦੇ 'ਤੇ ਫਾਲ ਕਰਦੀ ਹੈ। ਇੱਕ ਚੀਜ਼ ਬੇਟਾ ਮੈਂ ਤੁਹਾਨੂੰ ਹੋਰ ਦੱਸਣੀ ਹੈ, ਜਦੋਂ ਵੀ ਆਪਾਂ ਨੇ ਆਪਟਿਕਸ 'ਚ ਡਾਇਗਰਾਮਸ ਬਣਾਉਣੀਆਂ ਨੇ, ਮੋਸਟਲੀ ਇਹ ਡਾਇਗਰਾਮਸ ਰੇ ਡਾਇਗਰਾਮਸ ਨੇ। ਤਾਂ ਰੇ ਡਾਇਗਰਾਮਸ ਦਾ ਮਤਲਬ ਹੈ ਕਿ ਜਦੋਂ ਵੀ ਤੁਸੀਂ ਕੋਈ ਰੇ ਡਰਾ ਕਰ ਰਹੇ ਹੋ ਤਾਂ ਉਹਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਉਹਦੇ ਐਰੋ ਪਾਣੇ ਮਸਟ ਨੇ, ਅਦਰਵਾਈਜ਼ ਇਹਨਾਂ ਦੇ ਮਾਰਕਸ ਕੱਟ ਹੋ ਜਾਂਦੇ ਨੇ। ਤਾਂ ਸਪੋਜ਼ ਕਰੋ ਕਿ ਇੱਕ ਰੇ ਇੰਸੀਡੈਂਟ ਹੋ ਰਹੀ ਹੈ ਤਾਂ ਇਹ ਪਾਰਸ਼ਲੀ ਰਿਫਲੈਕਟਿਡ ਹੋਗੀ, ਪਾਰਸ਼ਲੀ ਰਿਫਰੈਕਟਿਡ ਹੋਗੀ। ਹੁਣ ਨੈਕਸਟ ਕੀ ਹੈ, ਕਿਉਂਕਿ ਇੱਥੇ ਫਿਰ ਇਹ ਵਾਲੀ ਜਿਹੜੀ ਰੇ ਹੈ ਇਹ ਦੋ ਮੀਡੀਅਮਸ ਦੀ ਬਾਉਂਡਰੀ 'ਤੇ ਪਹੁੰਚ ਗਈ ਤਾਂ ਇਹਦਾ ਕੁਝ ਪਾਰਟ ਹੈ ਜਿਹੜਾ ਉਹ ਇਸੇ ਮੀਡੀਅਮ ਦੇ ਵਿੱਚ ਰਿਫਲੈਕਟ ਹੋ ਜਾਊਗਾ, ਕੁਝ ਰਿਫਰੈਕਟ ਹੋ ਜਾਊਗਾ। ਸਿਮਿਲਰਲੀ ਇੱਥੇ ਕੁਝ ਮੀਡੀਅਮ 'ਤੇ ਜਦੋਂ ਆਊਟ ਆਊਗੀ ਰੇ ਤਾਂ ਰਿਫਰੈਕਟ ਹੋ ਜਾਊਗਾ। ਹੁਣ ਦੇਖੋ ਐਕਚੁਅਲੀ 'ਚ ਕੀ ਹੈ
इस तरह सोन ਜਦੋਂ ਅਸੀਂ ਇਹਨੂੰ ਐਕਸਟੈਂਡ ਕਰਦੇ ਜਾਵਾਂਗੇ, ਇਸ ਚੀਜ਼ ਨੂੰ ਐਕਸਟੈਂਡ ਕਰਦੇ ਜਾਵਾਂਗੇ ਤਾਂ ਨੰਬਰ ਆਫ ਰੇਜ਼ ਇਸ ਤਰ੍ਹਾਂ ਦੀਆਂ ਬਣ ਜਾਣਗੀਆਂ। ਮਤਲਬ ਨੰਬਰ ਆਫ ਟਾਈਮਸ ਜਦੋਂ ਵੇਵਸ ਡਿਫਰੈਂਟ ਮੀਡੀਅਮਸ 'ਤੇ ਇੰਸੀਡੈਂਟ ਹੋਣਗੀਆਂ ਤਾਂ ਉਹ ਰਿਫਲੈਕਟ ਵੀ ਹੋਣਗੀਆਂ, ਪਾਰਸ਼ਲੀ ਰਿਫਰੈਕਟ ਵੀ ਹੋਣਗੀਆਂ। ਤਾਂ ਹੁਣ ਜਿਸ ਤਰ੍ਹਾਂ ਸਪੋਜ਼ ਕਰੋ ਕਿ ਆਹ 3 ਰੇਜ਼ ਨੇ, ਇਹ ਸਾਰਾ ਰਿਫਲੈਕਟਿਡ ਪਾਰਟ ਹੈ, ਇਹ ਸਾਰਾ ਕੀ ਹੈ, ਰਿਫਲੈਕਟਿਡ ਪਾਰਟ ਹੈ। ਉਸੇ ਤਰ੍ਹਾਂ ਜਿਹੜਾ ਇਸ ਸਾਈਡ ਬਣੂਗਾ ਉਹ ਸਾਰਾ ਪਾਰਟ ਕੀ ਹੋਊਗਾ, ਟਰਾਂਸਮਿਟਿਡ ਪਾਰਟ ਹੋਊਗਾ। ਅਗਰ ਅਸੀਂ ਧਿਆਨ ਨਾਲ ਇਸ ਚੀਜ਼ ਨੂੰ ਸੋਚੀਏ ਤਾਂ ਜਦੋਂ ਇੱਕ ਰੇ ਇੰਸੀਡੈਂਟ ਹੋ ਰਹੀ ਹੈ ਉਹ 2 ਪਾਰਟਸ ਦੇ ਵਿੱਚ ਸਪਲਿਟ ਹੋ ਰਹੀ ਹੈ। ਦੈਟ ਮੀਨਸ ਕਿ ਜਿਹੜਾ ਇਹਦਾ ਨੈਕਸਟ ਪੋਰਸ਼ਨ ਹੋਊਗਾ, ਅਗਰ ਆਪਣੀ ਇਸ ਰੇ ਦੇ ਵਿੱਚ ਕੋਈ ਚੇਂਜ ਆਉਂਦਾ ਤਾਂ ਉਹ ਇਹਨਾਂ ਦੋਨਾਂ ਦੇ ਵਿੱਚ ਸਾਈਮਲਟੇਨੀਅਸਲੀ ਪ੍ਰੋਡਿਊਸ ਹੋਊਗਾ। ਸਿਰਫ ਇੱਥੇ ਫਰਕ ਕੀ ਹੈ ਕਿ ਫਰਕ ਐਂਪਲੀਟਿਊਡ ਜਿਹੜਾ ਹੈ, ਐਂਪਲੀਟਿਊਡ ਸਟੈਪ ਬਾय ਸਟੈਪ ਡਿਕਰੀਜ਼ ਹੋਏਗਾ। ਪਰ ਜਿਹੜੀ ਕੋਹਰੈਂਟ ਦੀ ਕੰਡੀਸ਼ਨ ਹੈ, ਕੋਹਰੈਂਟ ਦੀ ਕੰਡੀਸ਼ਨ ਇਹ ਫੁੱਲੀ ਅਚੀਵ ਕਰ ਰਿਹਾ ਹੈ ਤਾਂ ਇੱਥੇ ਆਪਣੇ ਰਿਫਲੈਕਟਿਡ ਫ੍ਰਿੰਜਿਸ ਬਣਨਗੇ, ਇੱਥੇ ਆਪਣੇ ਟਰਾਂਸਮਿਟਿਡ ਫ੍ਰਿੰਜਿਸ ਬਣਨਗੇ। ਤਾਂ ਇਸ ਚੀਜ਼ ਨੂੰ ਅਸੀਂ ਸਟੱਡੀ ਕਰਦੇ ਹਾਂ, ਰਿਫਲੈਕਟਿਡ ਪੋਰਸ਼ਨ ਨੂੰ ਅਲੱਗ ਕਰਦੇ ਹਾਂ, ਟਰਾਂਸਮਿਟਿਡ ਪੋਰਸ਼ਨ ਨੂੰ ਅਲੱਗ ਤੋਂ ਸਟੱਡੀ ਕਰਦੇ ਹਾਂ। ਤਾਂ ਡਿਵੀਜ਼ਨ ਆਫ ਐਂਪਲੀਟਿਊਡ ਦੇ ਵਿੱਚ ਕੀ ਹੈ, ਦੇਖੋ ਇਨ ਦਾ ਸੇਮ ਬੀਮ ਲਾਈਟ ਪਾਰਸ਼ਲੀ ਰਿਫਲੈਕਟਿਡ ਫਰੋਮ 2 ਸਰਫੇਸਿਸ, 2 ਰਿਫਲੈਕਟਿਡ ਬੀਮਸ ਸੋ ਪ੍ਰੋਡਿਊਸਡ। ਇਹ ਜਿਹੜੇ 2-3 ਅਗਲੇ ਰਿਫਲੈਕਟਿਡ ਬੀਮਸ ਨੇ ਇਹ ਸਾਰੇ ਕੀ ਕਰਦੇ ਨੇ, ਆਪਸ 'ਚ ਇੰਟਰਫੇਰੈਂਸ ਕਰਨਗੇ। ਤਾਂ ਇੱਥੇ ਜਿਹੜੇ ਇੰਟਰਫੇਰੈਂਸ ਦੇ ਐਗਜ਼ਾਮਪਲਸ ਕੀ ਨੇ, ਐਗਜ਼ਾਮਪਲਸ ਨੇ ਕਲਰ ਆਫ ਥਿਨ ਫਿਲਮਸ। ਕਲਰ ਆਫ ਥਿਨ ਫਿਲਮਸ ਤੋਂ ਕੀ ਮਤਲਬ ਹੈ, ਦੇਖੋ ਜਿਸ ਤਰ੍ਹਾਂ ਪਾਣੀ ਦੇ ਉੱਪਰ ਆਇਲ ਦੀ ਲੇਅਰ ਬਣ ਜਾਂਦੀ ਹੈ, ਜਦੋਂ ਆਇਲ ਦੀ ਲੇਅਰ ਬਣਦੀ ਹੈ ਉਹਦੇ 'ਤੇ ਲਾਈਟ ਫਾਲ ਕਰਦੀ ਹੈ ਤਾਂ ਆਪਾਂ ਨੂੰ ਉਹਦੇ ਵਿੱਚ ਡਿਫਰੈਂਟ ਜਿਹੜੇ ਕਲਰਸ ਨੇ ਉਹ ਅਪੀਅਰ ਹੁੰਦੇ ਨੇ। ਦੈਟ ਇਜ਼ ਡਿਊ ਟੂ ਡਿਵੀਜ਼ਨ ਆਫ ਐਂਪਲੀਟਿਊਡ। ਉਹ ਡਿਵੀਜ਼ਨ ਆਫ ਐਂਪਲੀਟਿਊਡ ਕਰਕੇ ਪ੍ਰੋਡਿਊਸ ਹੁੰਦੇ ਨੇ। ਨਿਊਟਨਸ ਰਿੰਗ ਐਕਸਪੈਰੀਮੈਂਟ ਹੈ, ਨਿਊਟਨ ਰਿੰਗ ਐਕਸਪੈਰੀਮੈਂਟ ਕਰਾਂਗੇ ਆਪਾਂ, ਉਹ ਇਹਦੇ ਬੇਸ 'ਤੇ ਹੀ ਹੈ, ਡਿਵੀਜ਼ਨ ਆਫ ਐਂਪਲੀਟਿਊਡ 'ਤੇ। ਮਾਈਕਲਸਨ ਮੋਰਲੇ ਇੰਟਰਫੈਰੋਮੀਟਰ ਐਕਸਪੈਰੀਮੈਂਟ ਤੁਹਾਨੂੰ ਯਾਦ ਹੋਊਗਾ ਬੇਟਾ, ਇਹ ਵੀ ਆਪਾਂ ਤੁਸੀਂ ਕੁਆਂਟਮ ਦੇ ਵਿੱਚ ਕਰੋਗੇ, ਮਾਈਕਲਸਨ ਮੋਰਲੇ ਇੰਟਰਫੈਰੋਮੀਟਰ, ਠੀਕ ਹੈ ਜੀ। ਤਾਂ ਮਾਈਕਲਸਨ ਇੰਟਰਫੈਰੋਮੀਟਰ ਵੀ ਇਹਦੀ ਇੱਕ ਐਗਜ਼ਾਮਪਲ ਹੈ ਬਾਏ ਡਿਵੀਜ਼ਨ ਆਫ ਐਂਪਲੀਟਿਊਡ ਦੀ। ਤਾਂ ਮਤਲਬ ਕੋਹਰੈਂਟ ਸੋਰਸਿਸ ਕਿਸ ਤਰ੍ਹਾਂ ਅਸੀਂ ਓਬਟੇਨ ਕਰ ਸਕਦੇ ਹਾਂ, ਉਹ ਕੋਹਰੈਂਟ ਸੋਰਸਿਸ ਨੂੰ ਓਬਟੇਨ ਕਰਨ ਦੇ 2 ਮੈਥਡ ਨੇ। ਡਿਵੀਜ਼ਨ ਆਫ ਵੇਵ ਫਰੰਟ ਹੈ ਜਿਹਦੇ 'ਚ ਯੰਗ ਡਬਲ ਸਲਿਟ ਐਕਸਪੈਰੀਮੈਂਟ, ਲੋਇਡ ਸਿੰਗਲ ਮਿਰਰ ਮੈਥਡ ਐਂਡ ਫੈਨਲਸ ਬਾਈਪ੍ਰਿਜ਼ਮ ਮੈਥਡਸ ਆਉਂਦੇ ਨੇ। ਡਿਵੀਜ਼ਨ ਆਫ ਐਂਪਲੀਟਿਊਡ ਦੇ ਵਿੱਚ ਕੀ ਹੈ, ਜਦੋਂ ਲਾਈਟ ਫਾਲ ਕਰਦੀ ਹੈ ਪਾਰਸ਼ਲੀ ਰਿਫਲੈਕਟਿਡ ਪਾਰਸ਼ਲੀ ਰਿਫਰੈਕਟਿਡ ਹੁੰਦੀ ਹੈ ਤਾਂ ਉਹਦੇ ਰਿਫਲੈਕਟਿਡ ਪੋਰਸ਼ਨ ਅਲੱਗ ਇੰਟਰਫੇਰੈਂਸ ਕਰਦੇ ਨੇ, ਟਰਾਂਸਮਿਟਿਡ ਪੋਰਸ਼ਨ ਅਲੱਗ ਇੰਟਰਫੇਰੈਂਸ ਕਰਦੇ ਨੇ। ਤਾਂ ਇਸ ਤਰ੍ਹਾਂ ਮਤਲਬ ਅਸੀਂ ਕੋਹਰੈਂਟ ਜਿਹੜੀ ਕੋਹਰੈਂਟ ਦੀ ਕੰਡੀਸ਼ਨ ਹੈ ਉਹਨੂੰ ਅਚੀਵ ਕਰ ਸਕਦੇ ਹਾਂ। ਦਾ ਮੇਨ ਪਰਪਸ ਕੀ ਹੈ ਕਿ ਅਸੀਂ ਕੋਹਰੈਂਸ ਕਿਵੇਂ ਓਬਟੇਨ ਕਰਨੀ ਹੈ। ਉਸ ਤੋਂ ਬਾਅਦ ਨੈਕਸਟ ਆਰਟੀਕਲ ਹੈ ਬੇਟਾ ਤੁਹਾਡਾ ਡਿਸਪਲੇਸਮੈਂਟ ਆਫ ਫ੍ਰਿੰਜਿਸ ਔਰ ਡਿਟਰਮੀਨੇਸ਼ਨ ਆਫ ਰਿਫਰੈਕਟਿਵ ਇੰਡੈਕਸ ਔਰ ਥਿਕਨੈਸ ਆਫ ਟਰਾਂਸਪੇਰੈਂਟ ਸ਼ੀਟ। ਡਿਸਪਲੇਸਮੈਂਟ ਆਫ ਫ੍ਰਿੰਜਿਸ, ਦੇਖੋ ਇਹਦਾ ਕੀ ਮਤਲਬ ਹੈ, ਡਿਸਪਲੇਸਮੈਂਟ ਆਫ ਫ੍ਰਿੰਜਿਸ ਔਰ ਡਿਟਰਮੀਨੇਸ਼ਨ ਆਫ ਰਿਫਰੈਕਟਿਵ ਇੰਡੈਕਸ ਔਰ ਥਿਕਨੈਸ ਆਫ ਟਰਾਂਸਪੇਰੈਂਟ ਸ਼ੀਟ। ਮੈਂ ਤੁਹਾਨੂੰ ਇਹਦੀ ਡਾਇਗਰਾਮ ਦਿਖਾ ਰਹੀ ਹਾਂ। ਪਹਿਲਾਂ ਦੇਖੋ ਇੱਕ ਸਿੰਗਲ ਸੋਰਸ ਤੋਂ 2 ਸੋਰਸ ਇਲੂਮੀਨੇਟ ਕਰਾਏ, S1 ਤੇ S2 ਸਲਿਟਸ ਇਲੂਮੀਨੇਟ ਕਰਾਈਆਂ। ਹੁਣ ਸਪੋਜ਼ ਕਰੋ ਕਿ ਆਹ ਗਲਾਸ ਪਲੇਟ ਪਈ ਹੈ, ਮੰਨ ਲਓ ਇਹ ਗਲਾਸ ਪਲੇਟ ਨਾ ਹੁੰਦੀ ਤਾਂ ਇਹ ਆਪਣਾ ਯੰਗ ਡਬਲ ਸਲਿਟ ਐਕਸਪੈਰੀਮੈਂਟ ਸੀ ਕਿ ਅਗਰ S1 ਤੇ S2 ਦੋਨੋਂ ਇਹਦੇ ਸੈਂਟਰ ਪੁਆਇੰਟ 'ਤੇ ਇੰਟਰਫੇਅਰ ਕਰਦੀਆਂ ਨੇ ਤਾਂ ਇਹ ਸੈਂਟਰਲ ਮੈਕਸਿਮਾ ਹੋਊਗਾ। ਕਲੀਅਰ ਹੈ, ਕਿਉਂਕਿ ਇੱਥੇ ਇਹਨਾਂ 'ਚ ਪਾਥ ਡਿਫਰੈਂਸ ਨਹੀਂ ਹੋਊਗਾ। ਪਰ ਅਗਰ ਅਸੀਂ ਕੋਈ ਰੈਂਡਮ ਪੁਆਇੰਟ P ਲੈਂਦੇ ਹਾਂ ਤਾਂ ਪੁਆਇੰਟ ਆਪਣਾ P ਮੈਕਸਿਮਾ ਵੀ ਹੋ ਸਕਦਾ ਹੈ, ਮਿਨੀਮਾ ਵੀ ਹੋ ਸਕਦਾ ਹੈ, ਠੀਕ ਹੈ ਜੀ। ਉਹ ਡਿਪੈਂਡ ਕਰਦਾ ਕਿ ਇਹਨਾਂ ਦੋਨਾਂ ਦੇ ਵਿੱਚ ਪਾਥ ਡਿਫਰੈਂਸ ਕਿੰਨਾ ਉਸ ਪੋਜੀਸ਼ਨ 'ਤੇ। ਕਲੀਅਰ ਹੈ। ਹੁਣ ਇੱਥੇ ਕੀ ਹੈ ਕਿ ਆਪਾਂ ਨੇ S1 ਦੇ ਪਾਥ 'ਚ ਇੱਕ ਗਲਾਸ ਪਲੇਟ ਇੰਟਰੋਡਿਊਸ ਕਰਤੀ, S1 ਦੇ ਰਸਤੇ 'ਚ ਇੱਕ ਗਲਾਸ ਪਲੇਟ ਇੰਟਰੋਡਿਊਸ ਕਰਤੀ ਜਿਹਦੀ ਥਿਕਨੈਸ T ਹੈ, ਜਿਹਦਾ ਰਿਫਰੈਕਟਿਵ ਇੰਡੈਕਸ ਕੀ ਹੈ, N ਹੈ। ਦੇਖੋ ਇੱਕ ਹੁੰਦਾ ਆਪਟੀਕਲ ਪਾਥ, ਇੱਕ ਹੁੰਦਾ ਜਿਓਮੈਟਰੀਕਲ ਪਾਥ। ਆਪਟੀਕਲ ਪਾਥ ਹੁੰਦਾ ਜਿਹੜਾ ਲਾਈਟ ਨੇ ਟਰੈਵਲ ਕਰਨਾ ਹੈ, ਜਿਓਮੈਟਰੀਕਲ ਪਾਥ ਹੁੰਦਾ ਜਿਹੜਾ ਅਸੀਂ ਉਸ ਪੁਆਇੰਟ ਤੋਂ ਐਂਡ ਪੁਆਇੰਟ ਤੱਕ ਦਾ ਡਿਸਟੈਂਸ ਦੇਖਦੇ ਹਾਂ, ਉਹ ਹੁੰਦਾ। ਹੁਣ ਦੇਖੋ ਇੱਥੇ ਕੀ ਹੈ, ਇੱਥੇ ਗਲਾਸ ਪਲੇਟ ਇੰਟਰੋਡਿਊਸ ਕਰਤੀ, ਇਹਦਾ ਆਪਣਾ ਕੁਛ ਨਾ ਕੁਛ ਰਿਫਰੈਕਟਿਵ ਇੰਡੈਕਸ ਹੈ। ਤਾਂ ਉਹਦੇ ਨਾਲ ਕੀ ਹੋਊਗਾ ਕਿ ਜਦੋਂ ਲਾਈਟ ਨੇ ਇਸ ਗਲਾਸ ਪਲੇਟ 'ਚੋਂ ਟਰੈਵਲ ਕਰਨਾ ਹੈ ਤਾਂ ਹੋ ਸਕਦਾ ਹੈ ਕਿ ਇਹ ਵਾਲੀ ਰੇ ਨੂੰ ਜ਼ਿਆਦਾ ਟਾਈਮ ਲੱਗੇ ਟਰੈਵਲ ਕਰਨ ਦੇ ਲਈ। ਕਿਉਂ? ਕਿਉਂਕਿ ਉਹਦੇ ਰਸਤੇ 'ਚ ਇੱਕ ਗਲਾਸ ਪਲੇਟ ਆ ਗਈ ਜਿਹਦਾ ਕੁਛ ਰਿਫਰੈਕਟਿਵ ਇੰਡੈਕਸ ਹੈ ਜਿਹੜਾ ਕਿ ਉਸ ਰੇ ਆਫ ਲਾਈਟ ਦੇ ਲਈ ਇੱਕ ਰੈਜ਼ਿਸਟੈਂਸ ਦਾ ਕੰਮ ਕਰਦਾ ਹੈ। ਕਲੀਅਰ ਹੈ। ਤਾਂ ਫਿਰ ਆਪਾਂ
ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਪਾਥ ਡਿਫਰੈਂਸ ਹੈ ਨਾ ਦੋਨਾਂ ਰੇਜ਼ ਦੇ ਵਿੱਚ ਉਹ ਚੇਂਜ ਹੋ ਜਾਊਗਾ। ਜਦੋਂ ਉਹ ਚੇਂਜ ਹੋਊਗਾ ਤਾਂ ਮੇਬੀ ਕਿ ਜਿਹੜੀ ਪੋਜੀਸ਼ਨ ਆਪਣੀ ਪਹਿਲਾਂ ਮੈਕਸਿਮਾ ਦੀ ਸੀ ਉਹ ਹੁਣ ਮਿਨੀਮਾ ਦੀ ਬਣ ਜੇ, ਕਿਉਂਕਿ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਪਾਥ ਡਿਫਰੈਂਸ ਹੈ ਉਹ ਚੇਂਜ ਹੋ ਗਿਆ। ਕਲੀਅਰ ਹੈ? ਤਾਂ ਪਾਥ ਡਿਫਰੈਂਸ ਚੇਂਜ ਹੋਣ ਦੇ ਨਾਲ ਮੇਬੀ ਕਿ ਪੀ ਪੁਆਇੰਟ ਹੈ ਜਿਹੜਾ ਆਪਣਾ ਉਹ ਮੈਕਸਿਮਾ ਦਾ ਜਿਹੜਾ ਸੀ ਉਹ ਮਿਨੀਮਾ ਦਾ ਹੋ ਜੇ, ਹੋ ਸਕਦਾ ਮਿਨੀਮਾ ਦਾ ਤਾਂ ਉਹ ਮੈਕਸਿਮਾ ਦਾ ਹੋ ਜੇ। ਕਹਿਣ ਦਾ ਮਤਲਬ ਫਰਿੰਜਿਸ ਦੀ ਜਿਹੜੀ ਲੋਕੇਸ਼ਨ ਹੈ ਉਹ ਸ਼ਿਫਟ ਹੋ ਗਈ। दैट्स वाई ये आर्टिकल की कह रहा है डिसप्लेसमेंट ऑफ फ्रिंजिस डिटरमिनेशन ऑफ रिफ्रैक्टिव इंडेक्स, मतलब जी तुसी ग्लास प्लेट इंट्रोड्यूस की है वह तुसी रिफ्रैक्टिव इंडेक्स फाइंड आउट कर सकते हो इस एक्सपैरीमेंट के थ्रू, या फिर जी तुसी ट्रांसपेरेंट शीट ये इंट्रोड्यूस की है तुसी उहदी थिकनेस भी मैजर कर सकते हो। मीनस अगर लाइट के पाथ दे विच कोई इस तरह की ऑब्सटिकल आ गई ਤਾਂ ਆਪਾਂ ਉਹਦੇ ਫਰਿੰਜ ਪੈਟਰਨ ਤੋਂ ਉਸ ਆਬਸਟੀਕਲ ਦਾ, ਉਸ ਗਲਾਸ ਪਲੇਟ ਦਾ ਜਾਂ ਕੋਈ ਵੀ ਉਹ 'ਚ ਆਬਜੈਕਟ ਜਿਹੜਾ ਰੱਖਿਆ ਹੋਇਆ ਹੈ ਉਹਦੀ ਆਪਾਂ ਥਿਕਨੈਸ ਮੈਜਰ ਕਰ ਸਕਦੇ ਹਾਂ ਜਾਂ ਉਹਦਾ ਰਿਫਰੈਕਟਿਵ ਇੰਡੈਕਸ ਮੈਜਰ ਕਰ ਸਕਦੇ ਹਾਂ। ਠੀਕ ਹੈ ਜੀ। ਹੁਣ ਦੇਖੋ ਇੱਥੇ ਆਪਾਂ ਕੈਲਕੂਲੇਸ਼ਨ ਕਿਵੇਂ ਕਰਾਂਗੇ। ਸਪੋਜ਼ ਕਰੋ ਕਿ ਟੀ ਥਿਕਨੈਸ ਹੈ ਪਲੇਟ ਦੀ, ਤਾਂ ऑप्टिकल पाथ ਜਿਹੜਾ S1P बीम ने ट्रैवल करना है। देखो जोमैट्रिकल पाथ की S1P2 ਜਿਹੜਾ ਦਾ टोटल डिस्टेंस है वो जोमैट्रिकल डिस्टेंस है। ऑप्टिकल डिस्टेंस की है कि ਜਦੋਂ ਉਹਨੇ G प्लेट चो पास करना है एट दैट टाइम वो कितना मतलब पाथ कवर करूगा। ਤਾਂ देखो S1P ਦਾ ਉਹਦਾ पाथ है ही है S1P, ਉਹਦੇ ਚੋਂ ਅਸੀਂ ਟੀ ਥਿਕਨੈਸ ਇਹਦੀ ਮਾਈਨਸ ਕਰਾਂਗੇ, ਜਿਨੇ ਦੀ ਥਿਕਨੈਸ ਹੈ ਉਹ ਮਾਈਨਸ ਕਰ ਦਾਂਗੇ, ਪਲੱਸ ਕੀ ਕਰਾਂਗੇ n ਇੰਟੂ ਟੀ। n ਕੀ ਹੈ ਇਹਦਾ ਰਿਫਰੈਕਟਿਵ ਇੰਡੈਕਸ। ਕਹਿਣ ਦਾ ਮਤਲਬ ਕਿ S1P ਤਾਂ ਇਹਦੀ ਜੋਮੈਟਰੀਕਲ ਲੈਂਥ ਸੀਗੀ, ਉਹ ਜੋਮੈਟਰੀਕਲ ਲੈਂਥ ਚੋਂ ਪਹਿਲਾਂ ਤਾਂ ਆਪਾਂ ਨੂੰ ਇਹਦੀ ਥਿਕਨੈਸ ਮਾਈਨਸ ਕਰਨੀ ਪਊਗੀ। ਥਿਕਨੈਸ ਤਾਂ ਮਾਈਨਸ ਕੀਤੀ ਕਿਉਂਕਿ ਅਸੀਂ ਪਲੱਸ ਕੀ ਕਰ ਰਹੇ ਹਾਂ n ਇੰਟੂ ਟੀ, ਮਤਲਬ ਉਹਦਾ ਰਿਫਰੈਕਟਿਵ ਇੰਡੈਕਸ ਸਾਨੂੰ ਕਾਊਂਟ ਕਰਨਾ ਪਊਗਾ। ਤਾਂ S1P ਮਾਈਨਸ ਟੀ प्लस n इंटू टी, n की है रिफ्रैक्टिव इंडैक्स है, तो ये S1P टी कॉमन कट लिया, ये n-1 बन गया। ठीक है जी। फॉर द पॉइंट P टू बी सेंट्रल मैक्सिमा, मतलब अगर असी चाहते हैं कि P पॉइंट सेंट्रल मैक्सिमा का होए भी अपना सेंट्रल मैक्सिमा इत्थे बने, तो सेंट्रल मैक्सिमा तो इत्थे बनूगा जे S1P ਤੇ S2P सेम होणगे, मतलब इन्हां दा पाथ है जिहड़ा वो सेम होऊगा। तो S2P शुड बी इक्वल टू S1P प्लस n-1 इंटू टी। ये हैगा आफ्टर जो असी ग्लास प्लेट नूं इंट्रोड्यूस कर चुके हैं। तो S2P माइनस S1P की आ गया n-1 इंटू टी आ गया। हुण सपोज करो कि इफ P इज़ द लोकेशन ऑफ Pth ब्राइट फ्रिंज इन द एबसेंस ऑफ ग्लास प्लेट, मतलब जदों तुसी ग्लास प्लेट नहीं रखी हुई उदों अगर P पॉइंट मैक्सिमा का पॉइंट सी तो S2P माइनस S1P किहदे बराबर होगा P लैम्डा, क्योंकि पाथ डिफरेंस इज इक्वल टू इंटैग्रल मल्टीपल ऑफ वेव लेंथ होना चाहिए अगर वो पॉइंट मैक्सिमा का है। ये आपां ने इंटरफेरेंस कंडीशन पिछे कैलकुलेट की सी। तो फ्रॉम 1 एंड 2 अगर असी 1 ते 2 तो देखते हैं तो पाथ डिफरेंस जिहड़ा हैगा वो n-1 इंटू टी इज इक्वल टू P लैम्डा बन गया। क्लीयर है? ਹੁਣ ਲੈਟ OP इज इक्वल टू x, OP आ डिस्टेंस सेंट्रल मैक्सिमा टू दिस x है, तो P है जी लोकेशन हैगी है Pth फ्रिंज की। क्लीयर है? तो अपनी आ वाली डिस्टेंस दे विच O तो लैके P दे विच किन्ने फ्रिंज बननगे। देखो डायग्राम बन रही है, ये डायग्राम दे विच आ अपना सेंटर पॉइंट है, आ Pth कोई Pth फ्रिंज की लोकेशन है, आ डिस्टेंस x है। ਇਹਦੇ ਵਿੱਚ ਫਰਿੰਜ ਕਿੰਨੇ ਹੋਣਗੇ ਆਪਾਂ ਨੂੰ ਦੇਖਣਾ ਪਊਗਾ ਵੀ ਫਿਰ ਇੱਕ ਫਰਿੰਜ ਦੀ ਵਿਡਥ ਕਿੰਨੀ ਹੈ। ਇੱਕ ਫਰਿੰਜ ਦੀ ਵਿਡਥ ਬੀਟਾ ਹੈ, ਤਾਂ ਆਪਣੇ ਫਰਿੰਜ ਕਿੰਨੇ ਬਣਨਗੇ P ਇੰਟੂ ਬੀਟਾ, मतलब उरे तक किन्नवा ऑर्डर है फ्रिंज का भी, फस्ट है सैकेंड, ये सैकेंड लोकेशन है, थर्ड की लोकेशन है, फोर्थ की लोकेशन है, तो विड्थ ते डिपेंड करता है। तो OP अगर x है, P लोकेशन है Pth फ्रिंज की, तो x अपने को आ गया P बीटा, और P फ्रिंज विड्थ का फॉर्मूला की है लैम्डा डी अपॉन स्मॉल डी। तो इतों अपना P लैम्डा की रह गया, D उधर लै जाओ, स्मॉल डी अपॉन कैपिटल D इंटू एक्स, तो ये अपनी P लैम्डा की वैल्यू होगी। ये P लैम्डा की वैल्यू इत्थे पुट कर दो, P लैम्डा की जो वैल्यू है D अपॉन कैपिटल D एक्स इत्थे पुट कर दो, तो n-1 इंटू टी की आ गया D अपॉन कैपिटल D इंटू एक्स। देखो स्मॉल d है
ਜਾਂ ਕੈਪੀਟਲ ਡੀ ਹੈ ਉਹ ਆਪਾਂ ਨੂੰ ਪਤਾ ਹੁੰਦੀ ਹੈ। ਸਮਾਲ ਡੀ ਕੀ ਹੈ? ਸਮਾਲ ਡੀ ਇਜ਼ ਦਾ ਡਿਸਟੈਂਸ ਬਿਟਵੀਨ ਦਾ ਟੂ ਸਲਿਟਸ। ਕੈਪੀਟਲ ਡੀ ਸਲਿਟ ਤੋਂ ਸਕਰੀਨ ਤੱਕ ਦਾ ਡਿਸਟੈਂਸ ਹੈ। ਇਹ ਸਾਨੂੰ ਸਪਰੇਟਸ ਦੀ ਡਰਾਇੰਗ ਤੋਂ ਪਤਾ ਹੋਊਗਾ। ਐਕਸ ਹੈ ਜਿਹੜੀ ਲੋਕੇਸ਼ਨ, ਇਹ ਆਪਾਂ ਫਾਈਂਡ ਆਊਟ, ਇਹ ਵੀ ਆਪਾਂ ਨੂੰ ਆਪਣੀ ਜਿਓਮੈਟਰੀ ਤੋਂ ਪਤਾ ਹੁੰਦੀ ਹੈ ਕਿ ਆਪਾਂ ਕਿੰਨਾ ਫਰਿੰਜ ਦੇਖ ਰਹੇ ਹਾਂ ਜਾਂ ਆਪਣੇ ਇੰਸਟਰੂਮੈਂਟ 'ਚ ਆਪਾਂ ਉਹਨੂੰ ਦੇਖ ਸਕਦੇ ਹੁੰਦੇ ਹਾਂ। ਉਸ ਤੋਂ ਬਾਅਦ ਕੁਐਸਚਨ ਹੈਗਾ ਐਨ ਤੇ ਟੀ ਦਾ। ਇਹਨਾਂ ਦੋਨਾਂ 'ਚ ਸਾਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ। ਜੇ ਸਾਨੂੰ ਰਿਫਰੈਕਟਿਵ ਇੰਡੈਕਸ ਪਤਾ ਹੈ ਤਾਂ ਅਸੀਂ ਥਿਕਨੈਸ ਫਾਈਂਡ ਆਊਟ ਕਰ ਲਾਂਗੇ, ਕਿਉਂਕਿ ਸਾਨੂੰ ਬਾਕੀ ਸਾਰਾ ਕੁਝ ਪਤਾ ਹੈ ਇਸ ਫਾਰਮੂਲੇ 'ਚ। ਟੀ ਪਤਾ ਹੈ ਤਾਂ ਅਸੀਂ ਰਿਫਰੈਕਟਿਵ ਇੰਡੈਕਸ ਫਾਈਂਡ ਆਊਟ ਕਰ ਲਾਂਗੇ। ਇਸ ਤਰ੍ਹਾਂ ਹੀ ਇੱਕ ਜਨਰਲ ਫਾਰਮੂਲਾ ਬਣ ਗਿਆ ਜਿੱਤੋਂ ਅਸੀਂ ਲਾਈਟ ਦੇ ਪਾਥ 'ਚ ਅਗਰ ਕੋਈ ਆਬਸਟੀਕਲ, ਕੋਈ ਟਰਾਂਸਪੇਰੈਂਟ ਸ਼ੀਟ ਰੱਖਦੇ ਹਾਂ ਤਾਂ ਆਪਾਂ ਉਹਦਾ ਰਿਫਰੈਕਟਿਵ ਇੰਡੈਕਸ ਜਾਂ ਫਿਰ ਉਹਦੀ ਥਿਕਨੈਸ ਦੀ ਜਿਹੜੀ ਮੈਜਰਮੈਂਟ ਹੈ ਉਹ ਕਰ ਸਕਦੇ ਹਾਂ। ਦੇਖੋ ਬੇਟਾ, ਯੰਗ ਡਬਲ ਸਲਿਟ ਐਕਸਪੈਰੀਮੈਂਟ ਦੇ ਬੇਸ ਤੇ ਜਾਂ ਜਿਹੜੇ ਹੁਣ ਆਪਾਂ ਸ਼ਿਫਟਿੰਗ ਦਾ ਮੈਥਡ ਕੀਤਾ ਹੈ ਇਹਦੇ ਵਿੱਚ ਇੱਥੇ ਕੁਝ ਨੂਮੈਰੀਕਲਸ ਗਿਵਨ ਨੇ। ਇਹ ਨੂਮੈਰੀਕਲਸ ਤੁਸੀਂ ਕਰਨੇ ਨੇ, ठीक है जी। न्यूमेरिकल्स नोट कर लो। 1.26 नंबर प्रॉब्लम है, 1.27 नंबर प्रॉब्लम है। क्लीयर है जी। ये इस आर्टिकल दे बेस्ड है बेटा, पेज नंबर 25 ते ये करने हैं तुसी न्यूमेरिकल इहदे नाल रिलेटेड। नैक्सट आर्टिकल है अपना वाइट लाइट फ्रिंजिस। देखो वाइट लाइट दे नाल जिहड़े फ्रिंजिस ने वो ऑब्टेन करने मुश्किल ने, ठीक है। मैं तुहानूं अपने पिछले ਲੈਕਚਰਸ ਦੇ ਵਿੱਚ ਵੀ ਦੱਸਿਆ ਸੀ ਕਿ ਵਾਈਟ ਲਾਈਟ ਦੇ ਨਾਲ ਜਿਹੜੇ ਫਰਿੰਜਿਸ ਨੇ ਓਬਟੇਨ ਕਰਨੇ ਮੁਸ਼ਕਿਲ ਨੇ, ਤੇ ਅਸੀਂ ਉੱਥੇ ਇੱਕ ਨੂਮੈਰੀਕਲ ਵੀ ਦੇਖਿਆ ਸੀਗਾ। ਐਕਚੁਅਲੀ ਵਾਈਟ ਲਾਈਟ ਦੇ ਨਾਲ ਇੰਟਰਫੇਰੈਂਸ ਹੋ ਸਕਦੀ ਹੈ। ਵਾਈਟ ਲਾਈਟ ਇਜ਼ ਮਿਕਸਚਰ ਆਫ 7 ਕਲਰਸ। ਤਾਂ ਜਦੋਂ ਅਸੀਂ ਐਜ਼ ਅ ਸੋਰਸ ਵਾਈਟ ਲਾਈਟ ਯੂਜ਼ ਕਰਦੇ ਹਾਂ ਤਾਂ ਇੱਥੇ ਜਿਹੜਾ ਆਪਣਾ ਸੈਂਟਰਲ ਮੈਕਸਿਮਾ ਹੋਊਗਾ, ਸੈਂਟਰਲ ਮੈਕਸਿਮਾ ਤਾਂ ਆਪਣਾ ਵਾਈਟ ਹੀ ਹੋਊਗਾ। ਸੈਂਟਰਲ ਮੈਕਸਿਮਾ ਕੀ ਹੋਊਗਾ? ਵਾਈਟ ਹੋਊਗਾ। ਉਸ ਤੋਂ ਬਾਅਦ ਬਾਕੀ ਦੇ ਜਿਹੜੇ 7 ਕਲਰਸ ਨੇ, ਜਿਸ ਤਰ੍ਹਾਂ ਆਪਾਂ ਵਿਵਗਿਓਰ ਦੇ ਅਕੋਰਡਿੰਗ ਦੇਖਦੇ ਹਾਂ, ਵਿਵਗਿਓਰ ਦੇ ਅਕੋਰਡਿੰਗ ਦੇਖਦੇ ਹਾਂ, ਕਿਉਂਕਿ ਇਹ ਸਾਰੇ ਕਲਰਸ ਦੀ ਜਿਹੜੀ ਵੇਵ ਲੈਂਥ ਹੈ ਉਹ ਡਿਫਰੈਂਟ ਹੈ। ਸਾਰੇ ਕਲਰਸ ਦੀ ਵੇਵ ਲੈਂਥ ਕੀ ਹੈ? ਡਿਫਰੈਂਟ ਹੈ। ਔਰ ਆਪਾਂ ਨੂੰ ਪਤਾ ਹੈ ਕਿ ਜਿਹੜਾ ਫਰਿੰਜ ਦਾ ਪੋਜੀਸ਼ਨ ਹੈ ਉਹਦਾ ਫਾਰਮੂਲਾ ਹੁੰਦਾ ਹੈ P ਲੈਮਡਾ D ਪੌਨ D, ठीक है। या तुसी फ्रिंज विड्थ का फार्मूला पढ़ते हो लैमडा डी पॉन डी, ठीक है। तो ਉਹਦੇ 'ਚ ਕੀ ਹੈ ਕਿ ਜਿਹੜੇ ਤੁਹਾਡੇ ਇੱਥੇ ਫਰਿੰਜਿਸ ਬਣਨਗੇ, ਜਿਹੜੇ ਵੀ ਫਰਿੰਜਿਸ ਬਣਨਗੇ ਅਲਟਰਨੇਟ, ਉਹ ਕਲਰਡ ਬਣਨਗੇ। ਇਹਦੇ 'ਚੋਂ ਜਿਹੜਾ ਨੀਅਰ ਦਾ ਸੈਂਟਰਲ ਮੈਕਸਿਮਾ ਹੋਊਗਾ ਉਹ ਵਾਇਲਟ ਕਲਰ ਦਾ ਹੋਊਗਾ, ਤੇ ਇਹਦੀ ਵਿਡਥ ਹੈ ਜਿਹੜੀ ਉਹ ਵੇਰੀ ਕਰੂਗੀ ਕੰਪੈरेटिवली ਟੂ ਰੈੱਡ ਕਲਰ, ਕਿਉਂਕਿ ਇਹਨਾਂ ਦੀ ਵੇਵ ਲੈਂਥ ਬੇਟਾ, ਵੇਵ ਲੈਂਥ ਡਿਫਰੈਂਟ ਹੈ। ਔਰ ਆਪਾਂ ਨੂੰ ਪਤਾ ਹੈ ਕਿ ਫਰਿੰਜ ਵਿਡਥ ਦੇ ਫਾਰਮੂਲੇ 'ਚ ਉਰੇ ਵੇਵ ਲੈਂਥ ਅਪੀਅਰ ਹੁੰਦੀ ਹੈ। ਤਾਂ ਵੇਵ ਲੈਂਥ ਦੇ ਅਕੋਰਡਿੰਗ ਜਿਹੜੀ ਇਹਨਾਂ ਦੀ ਵਿਡਥ ਹੈ, ਵਿਡਥ ਵੀ ਚੇਂਜ ਹੋਊਗੀ। ਔਰ ਜਨਰਲੀ ਵਾਇਲਟ ਕਲਰ ਦੀ ਜਿਹੜੀ ਵਿਡਥ ਆਉਂਦੀ ਹੈ ਉਹ ਹਾਫ ਆਉਂਦੀ ਹੈ ਕੰਪੈरेटिवली ਟੂ ਰੈੱਡ ਕਲਰ। ਤਾਂ ਜਿਸ ਤਰ੍ਹਾਂ ਅਸੀਂ ਅਵੇ ਫਰੋਮ ਦਾ ਸੈਂਟਰਲ ਮੈਕਸਿਮਾ ਜਾਵਾਂਗੇ ਤਾਂ ਆਪਣੇ ਜਿਹੜੇ ਡਿਫਰੈਂਟ ਕਲਰ ਦੇ ਫਰਿੰਜਿਸ ਨੇ ਉਹ ਬਣਦੇ ਜਾਣਗੇ। ਔਰ ਰੈੱਡ ਕਲਰ ਦਾ ਜਿਹੜਾ ਫਰਿੰਜ ਹੋਊਗਾ ਉਹ ਬਿਲਕੁਲ ਹੀ ਆਊਟਰ ਮੋਸਟ ਹੋਊਗਾ। ਔਰ ਜਨਰਲੀ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਸੈਂਟਰਲ ਮੈਕਸਿਮਾ ਤੋਂ ਅਵੇ ਜਾਂਦੇ ਹਾਂ, ਦੂਰ ਜਾਂਦੇ ਹਾਂ, ਤਾਂ ਉੱਥੇ ਸਾਨੂੰ ਜਿਹੜੇ ਕਲਰ ਹੌਲੀ ਹੌਲੀ ਦਿਖਣੇ ਨੇ ਉਹ ਬੰਦ ਹੋ ਜਾਂਦੇ ਨੇ, ਤੇ ਉਰੇ ਜਨਰਲ ਇਲੂਮੀਨੇਸ਼ਨ ਔਨ ਦਾ ਸਕਰੀਨ ਹੋ ਜਾਂਦੇ, ਵੀ ਸਿਰਫ ਲਾਈਟ ਦਿਖਦੀ ਹੈ ਆਪਾਂ ਨੂੰ, ਠੀਕ ਹੈ। ਉਹਦਾ ਰੀਜ਼ਨ ਕੀ ਹੈ ਕਿ ਜਿਹੜੀ ਇਹਨਾਂ ਦੀ ਵਿਡਥ ਹੈ, ਵਿਡਥ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਕਲਰਸ ਜਿਹੜੇ ਫਰਿੰਜਿਸ ਬਣਦੇ ਉਹ ਆਪਸ 'ਚ ਮਰਜ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਉੱਥੇ ਆਪਾਂ ਨੂੰ ਜਨਰਲ ਇਲੂਮੀਨੇਸ਼ਨ ਦਿਖਦੀ ਹੈ। ਤਾਂ ਵਾਈਟ ਲਾਈਟ ਫਰਿੰਜਿਸ ਮਤਲਬ ਕੁਐਸਚਨ ਕਈ ਵਾਰੀ ਸ਼ਾਰਟ ਕੁਐਸਚਨਸ 'ਚ ਆ ਜਾਂਦਾ ਹੈ ਕਿ ਵਾਈਟ ਲਾਈਟ ਫਰਿੰਜਿਸ ਦੀ ਨੇਚਰ ਕੀ ਹੈ। ਤਾਂ ਨੇਚਰ ਕੀ ਹੈ ਕਿ ਸੈਂਟਰਲ ਮੈਕਸਿਮਾ ਤਾਂ ਵਾਈਟ ਹੀ ਬਣੂਗਾ, ਕਿਉਂਕਿ ਇੱਥੇ ਕਲਰਸ 'ਚ ਪਾਥ ਡਿਫਰੈਂਸ ਨਹੀਂ ਹੋਊਗਾ ਜਿਹੜਾ ਕਿ ਕੰਸੀਡਰੇਬਲ ਨਹੀਂ ਹੋਊਗਾ, ਤਾਂ ਉਰੇ ਸੈਂਟਰਲ ਮੈਕਸਿਮਾ ਵਾਈਟ ਹੀ ਬਣੂਗਾ। ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਸੈਂਟਰਲ ਪਾਰਟ ਤੋਂ ਵੇ ਜਾਵਾਂਗੇ, ਦੂਰ ਜਾਵਾਂਗੇ, ਤਾਂ ਆਪਣੇ ਕੁਝ ਫਰਿੰਜਿਸ ਤਾਂ ਕਲਰਡ ਹੋਣਗੇ। ਉਸ ਤੋਂ ਬਾਅਦ ਇੱਥੇ ਜਨਰਲ ਇਲੂਮੀਨੇਸ਼ਨ ਔਨ ਦਾ ਸਕਰੀਨ ਹੋਣੀ ਸ਼ੁਰੂ ਹੋ ਜਾਏਗੀ। ਤਾਂ ਵਾਈਟ ਲਾਈਟ ਫਰਿੰਜਿਸ ਦਾ ਕੇਸ ਹੈ। ਉਸ ਤੋਂ ਬਾਅਦ ਬੇਟਾ ਤੁਹਾਡੀ ਬੁੱਕ ਦੇ ਵਿੱਚ एक इंटरफेरेंस ऑफ डिवीजन ऑफ एम्पलीट्यूड की डायग्राम बनाई हुई है। देखो ये डिवीजन ऑफ एम्पलीट्यूड शो किया हुआ है कि डिवीजन ऑफ एम्पलीट्यूड एक्चुअली च की है, जो कि असी पिछे हुणे पढ़ के चुके हैं। देखो रे ऑफ लाइट इंसीडेंट हो रही है, रे ऑफ लाइट इंसीडेंट हो रही है,
ਤੇ ਉਹ ਮਲਟੀਪਲ ਸਟੈਪਸ ਦੇ ਵਿੱਚ ਰਿਫਲੈਕਟ ਹੋ ਗਈ। ਫਸਟ ਪਾਰਟ ਰਿਫਲੈਕਟ ਹੋ ਗਿਆ, ਰਿਫਰੈਕਟ ਹੋ ਗਿਆ, ਟਰਾਂਸਮਿਟ ਹੋ ਗਿਆ। ਇੱਥੇ ਇਸ ਬਾਉਂਡਰੀ ਤੇ ਪਹੁੰਚੀ, ਰਿਫਲੈਕਟ ਹੋ ਗਿਆ, ਰਿਫਰੈਕਟ ਹੋ ਗਿਆ, ਇੱਥੋਂ ਕੁਝ ਪਾਰਟ ਇਹਦੇ ਇੰਟਰਨਲੀ ਰਿਫਰੈਕਟ ਹੋ ਕੇ, ਦੈਟ ਮੀਨਸ ਕਿ ਇੱਥੇ ਨੰਬਰ ਆਫ ਵੇਵਸ ਨੇ ਜਿਹੜੀਆਂ ਉਹਨਾਂ ਨੂੰ ਲੈਂਸ ਦੇ ਥਰੂ ਫੋਕਸ ਕਰਾ ਕੇ ਇੰਟਰਫੇਰੈਂਸ ਕਰਾਈ ਜਾ ਸਕਦੀ ਹੈ। ਰਿਫਲੈਕਟਿਡ ਹੈ, ਇਹ ਟਰਾਂਸਮਿਟਿਡ ਪੋਰਸ਼ਨ ਹੈ। ਤੁਹਾਨੂੰ ਅਸੀਂ ਡਿਵੀਜ਼ਨ ਆਫ ਐਂਪਲੀਟਿਊਡ, ਡਿਵੀਜ਼ਨ ਆਫ ਐਂਪਲੀਟਿਊਡ ਬਾਈ ਮਲਟੀਪਲ ਰਿਫਲੈਕਸ਼ਨਸ ਬੋਲਦੇ ਆ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੁਝ ਵੀ ਨਹੀਂ ਹੈ, ਬਸ ਸਟੈਪ ਬਾय ਸਟੈਪ ਜਿਵੇਂ ਜਿਵੇਂ ਤੁਸੀਂ ਕਰ ਰਹੇ ਹੋ ਉਸੇ ਤਰ੍ਹਾਂ ਲਿਖੀ ਜਾਣਾ ਆਪਾਂ ਨੇ। ਨੈਕਸਟ ਆਰਟੀਕਲ ਹੈ ਆਪਣਾ ਚੇਂਜ ਆਫ ਫੇਜ਼ ਔਨ ਰਿਫਲੈਕਸ਼ਨ ਔਰ ਸਟੋਕਸ ਲਾ। ਠੀਕ ਹੈ ਜੀ, ਦੇਖੋ ਚੇਂਜ ਆਫ ਫੇਜ਼ ਔਨ ਰਿਫਲੈਕਸ਼ਨ ਐਂਡ ਸਟੋਕਸ ਲਾ, ਇਹ ਕਹਿ ਰਹੇ ਕਿ ਕਹਿਣਾ ਚਾਹ ਰਹੇ ਕਿ ਮਤਲਬ ਜਦੋਂ ਰੇ ਆਫ ਲਾਈਟ ਇੰਸੀਡੈਂਟ ਹੋ ਰਹੀ ਹੈ ਦੋ ਮੀਡੀਅਮਸ ਦੀ ਬਾਉਂਡਰੀ ਤੇ, ਕੁਝ ਪਾਰਟ ਰਿਫਲੈਕਟ ਹੋਇਆ, ਕੁਝ ਪਾਰਟ ਇਹਦਾ ਰਿਫਰੈਕਟ ਹੋਇਆ, ਤਾਂ ਜਿਹੜਾ ਇਹ ਰਿਫਲੈਕਟਿਡ ਪੋਰਸ਼ਨ ਹੈ ਔਰ ਇਹ ਇੰਸੀਡੈਂਟ ਪੋਰਸ਼ਨ ਹੈ ਇਹਦੇ 'ਚ ਫੇਜ਼ ਚੇਂਜ ਹੋ ਜਾਂਦਾ ਹੈ। ਇਹੀ ਚੀਜ਼ ਆਪਾਂ ਨੇ ਪ੍ਰੂਵ ਕਰਨੀ ਹੈ ਕਿ ਜਦੋਂ ਸੇਮ ਮੀਡੀਅਮ ਦੇ ਵਿੱਚ ਲਾਈਟ ਰਿਫਲੈਕਟ ਹੋਊਗੀ ਤਾਂ ਉਹਦਾ ਫੇਜ਼ ਚੇਂਜ ਹੋ ਜਾਊਗਾ। ਹੁਣ ਉਹ ਕਿੰਨਾ ਚੇਂਜ ਹੋਊਗਾ ਉਹ ਆਪਾਂ ਡੈਰੀਵੇਸ਼ਨ ਦੇ ਥਰੂ ਦੇਖਾਂਗੇ। ਔਰ ਇਹਨੂੰ ਬੋਲਦੇ ਕੀ ਹੈ ਬੇਟਾ, ਇਹਨੂੰ ਸਟੋਕਸ ਲਾ ਬੋਲਦੇ ਆ। ਸਟੋਕਸ ਲਾ ਤਾਂ ਬੋਲਦੇ ਨੇ ਕਿਉਂਕਿ ਸਟੋਕਸ ਨਾਮ ਦੇ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਇਹਨੂੰ ਦਿੱਤਾ ਸੀਗਾ ਲਾਅ ਨੂੰ। ਇਹਨੂੰ ਬੋਲਦੇ ਆ ਪ੍ਰਿੰਸੀਪਲ ਆਫ ਆਪਟੀਕਲ ਰਿਵਰਸਿਬਿਲਿਟੀ। ਧਿਆਨ ਨਾਲ ਦੇਖੋ ਕੀ ਬੋਲਦੇ ਆ, ਪ੍ਰਿੰਸੀਪਲ ਆਫ ਆਪਟੀਕਲ ਰਿਵਰਸਿਬਿਲਿਟੀ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਪ੍ਰਿੰਸੀਪਲ ਆਫ ਆਪਟੀਕਲ ਰਿਵਰਸਿਬਿਲਿਟੀ ਕੀ ਹੈ ਕਿ ਆ ਜਿਹੜਾ ਰਿਫਲੈਕਟਿਡ ਪੋਰਸ਼ਨ ਹੈ, ਤੁਸੀਂ ਇੱਥੇ ਮਿਰਰ ਲਗਾਤਾ ਕੋਈ, ਉਰੇ ਰਿਫਰੈਕਟਿਡ ਪੋਰਸ਼ਨ ਹੈ, ਉਰੇ ਤੁਸੀਂ ਇੱਕ ਮਿਰਰ ਲਗਾਤਾ। ਕਲੀਅਰ ਹੈ। ਹੁਣ ਇਹ ਮਿਰਰ ਹੈ ਜਿਹੜਾ, ਅਗਰ ਇਹ ਲਾਈਟ ਦੀ ਕੋਈ ਵੀ ਅਬਜ਼ੌਰਪਸ਼ਨ ਨਹੀਂ ਕਰ ਰਿਹਾ, ਮਤਲਬ ਇਹ 100% ਰਿਫਲੈਕਟਿਡ ਹੈ। ਆ ਮਿਰਰ M2 ਵੀ 100% ਰਿਫਲੈਕਟਿਡ ਹੈ। ਤਾਂ ਇਹਨੇ ਕੀ ਕਰਨਾ ਹੈ, ਇਹਨੇ ਬੈਕ ਕਰ ਦੇਣਾ ਹੈ, ਇਹਨੇ ਇਸ ਲਾਈਟ ਰੇ ਨੂੰ ਬੈਕ ਕਰ ਦੇਣਾ ਹੈ। ਬੈਕ ਰੇ ਕਰਕੇ ਇੱਥੇ ਆ ਗਿਆ ਇਹ, ਉਸੇ ਤਰ੍ਹਾਂ ਇਸ ਮਿਰਰ ਨੇ ਇਹਨੂੰ ਕੀ ਕਰ ਦੇਣਾ ਹੈ, ਬੈਕ ਕਰ ਦੇਣਾ ਹੈ। ਇਹਦਾ ਮਤਲਬ ਜਿਹੜੀ ਰਿਫਲੈਕਟਿਡ ਰੇ ਸੀ ਤੇ ਰਿਫਰੈਕਟਿਡ ਰੇ ਸੀ, ਇਹ ਦੋਨੋਂ ਮਿਲ ਗਈਆਂ, ਇਹ ਮਿਲ ਕੇ ਇਕੱਠੀਆਂ ਫਿਰ ਇਸੇ ਪਾਥ ਤੇ ਆ ਗਈਆਂ। ਠੀਕ ਹੈ ਜੀ, ਇਹਨੂੰ ਆਪਟੀਕਲ ਰਿਵਰਸਿਬਿਲਿਟੀ ਬੋਲਦੇ ਨੇ ਕਿ ਅਗਰ ਤੁਸੀਂ ਲਾਈਟ ਦੇ ਰਸਤੇ 'ਚ ਕੋਈ ਮਿਰਰ ਰੱਖ ਦਿਓ, 100% ਉਹ ਰਿਫਲੈਕਟਿਡ ਨੇ, ਤਾਂ ਉਹ ਸੇਮ ਪਾਥ ਅਗਰ ਰੀਟਰੇਸ ਕਰਦੀ ਹੈ ਵੇਵ, ਤੇ ਉੱਥੇ ਕੋਈ ਵੀ ਐਬਜ਼ੌਰਪਸ਼ਨ ਜਿਹੜੀ ਹੈ ਉਹ ਲਾਈਟ ਦੀ ਨਹੀਂ ਹੁੰਦੀ। ਤਾਂ ਅਸੀਂ ਉਹਨੂੰ ਬੋਲਦੇ ਹਾਂ ਪ੍ਰਿੰਸੀਪਲ ਆਫ ਆਪਟੀਕਲ ਰਿਵਰਸਿਬਿਲਿਟੀ। ਇਸੇ ਪ੍ਰਿੰਸੀਪਲ ਨੂੰ ਯੂਜ਼ ਕਰਕੇ ਅਸੀਂ ਫਾਈਂਡ ਆਊਟ ਕਰਾਂਗੇ ਚੇਂਜ ਆਫ ਫੇਜ਼ ਔਨ ਰਿਫਲੈਕਸ਼ਨ, ਵੀ ਜਦੋਂ ਰਿਫਲੈਕਸ਼ਨ ਹੁੰਦੀ ਹੈ ਉਦੋਂ ਫੇਜ਼ ਚੇਂਜ ਜਿਹੜਾ ਹੈ ਉਹ ਬਾਏ ਵਟ ਐਂਗਲ, ਕਿਸ ਐਂਗਲ ਦੇ ਨਾਲ ਉਹ ਫੇਜ਼ ਚੇਂਜ ਹੁੰਦਾ ਹੈ। ਕਲੀਅਰ ਹੈ। ਤਾਂ ਸਪੋਜ਼ ਕਰੋ ਕਿ ਇੱਕ ਲਾਈਟ ਵੇਵ ਹੈ, ਐਂਪਲੀਟਿਊਡ E ਹੈ, ਇੰਸੀਡੈਂਟ ਔਨ XY ਆਫ ਟੂ ਮੀਡੀਆ ਆਫ ਰਿਫਰੈਕਟਿਵ ਇੰਡਸਿਸ N1 ਐਂਡ N2। ਕਲੀਅਰ ਹੈ। ਦੋ ਮੀਡੀਅਮ ਨੇ ਤੁਹਾਡੇ ਕੋਲ, ਲਾਈਟ ਰੇ ਉਹਦੇ ਤੇ ਇੰਸੀਡੈਂਟ ਹੋ ਰਹੀ ਹੈ ਤੇ ਉਹ ਇੰਸੀਡੈਂਟ ਲਾਈਟ ਦਾ ਜਿਹੜਾ ਐਂਪਲੀਟਿਊਡ ਹੈ ਉਹ E ਹੈ। ਹੁਣ ਦੇਖੋ ਤੁਹਾਨੂੰ ਕੁਝ ਪੈਰਾਮੀਟਰਸ ਦੱਸ ਰਹੀ ਹਾਂ ਬੇਟਾ ਮੈਂ। ਇਸ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ N1 ਹੈ, N2 ਹੈ। ਇਹ ਰੇਅਰਰ ਮੀਡੀਅਮ ਹੈ, ਡੈਂਸਰ ਹੈ। ਆਪਾਂ ਸਟੱਡੀ ਕਰ ਰਹੇ ਹਾਂ ਰੇਅਰਰ ਟੂ ਡੈਂਸਰ, ਕਿ ਅਗਰ ਲਾਈਟ ਟਰੈਵਲ ਕਰਦੀ ਹੈ ਰੇਅਰਰ ਟੂ ਡੈਂਸਰ ਮੀਡੀਅਮ ਮੀਨਸ ਮੰਨ ਲਓ ਏਅਰ ਟੂ ਗਲਾਸ ਜਾ ਰਹੀ ਹੈ। ਇੱਕ ਐਗਜ਼ਾਮਪਲ ਹੈ ਏਅਰ ਟੂ ਗਲਾਸ। ਗਲਾਸ ਦਾ ਰਿਫਰੈਕਟਿਵ ਇੰਡੈਕਸ ਜ਼ਿਆਦਾ ਹੁੰਦਾ, 1.5 ਹੁੰਦਾ, ਏਅਰ ਦਾ 1 ਗਿਣਿਆ ਜਾਂਦਾ। ਕਲੀਅਰ ਹੈ। ਤਾਂ ਅਗਰ ਕੋਈ ਰੇ ਆਫ ਲਾਈਟ ਜਿਹਦਾ ਐਂਪਲੀਟਿਊਡ E ਹੈ ਉਹ ਟਰੈਵਲ ਕਰ ਰਹੀ ਹੈ ਰੇਅਰਰ ਟੂ ਡੈਂਸਰ, ਤਾਂ ਉਹਦਾ ਕੁਝ ਪਾਰਟ ਰਿਫਲੈਕਟ ਹੋ ਗਿਆ। ਉਹ ਡਿਪੈਂਡ ਕਰਦਾ ਕਿ ਉਹਦਾ ਰਿਫਲੈਕਸ਼ਨ ਕੋਐਫੀਸ਼ੀਐਂਟ ਕਿੰਨਾ ਹੈ। ਠੀਕ ਹੈ ਜੀ, ਰਿਫਲੈਕਸ਼ਨ ਕਿੰਨੀ ਹੋਊਗੀ ਉਹ ਉਸ ਮੀਡੀਅਮ ਦੀ ਬਾਉਂਡਰੀ ਤੇ ਡਿਪੈਂਡ ਕਰਦਾ ਹੈ, ਉਸ ਮੀਡੀਅਮ ਤੇ ਡਿਪੈਂਡ ਕਰਦਾ ਹੈ। ਤਾਂ ਰਿਫਲੈਕਸ਼ਨ ਕੋਐਫੀਸ਼ੀਐਂਟ ਅਗਰ R1 ਹੈ ਤਾਂ R1 × E ਉਹਦਾ ਐਂਪਲੀਟਿਊਡ ਹੋ ਗਿਆ ਜਿਹੜੀ ਵੇਵ ਰਿਫਲੈਕਟ ਹੋਈ ਹੈ। ਉਸੇ ਤਰ੍ਹਾਂ ਕੁਝ ਪਾਰਟ ਜਿਹੜਾ ਇੱਧਰ ਟਰਾਂਸਮਿਟ ਹੋ ਰਿਹਾ ਹੈ, ਟਰਾਂਸਮਿਟ ਹੋਣਾ ਜਿਹਨੇ, ਮੰਨ ਲਓ ਕਿ ਇਸ ਮੀਡੀਅਮ ਦਾ ਟਰਾਂਸਮਿਸ਼ਨ ਕੋਐਫੀਸ਼ੀਐਂਟ T1 ਹੈ, ਤਾਂ ਜਿਹੜਾ ਇੱਧਰ ਟਰਾਂਸਮਿਟ ਹੋਇਆ ਤਾਂ ਉਹ T1 × E ਬਣ ਜਾਊਗਾ। ਕਹਿਣ ਦਾ ਮਤਲਬ ਇੱਕ ਵੇਵ ਸੀ ਤੁਹਾਡੇ ਕੋਲ ਜਿਹਦਾ ਐਂਪਲੀਟਿਊਡ ਕੀ ਸੀਗਾ, E ਸੀਗਾ, ਤੇ ਉਹਦਾ ਕੁਝ ਪਾਰਟ ਰਿਫਲੈਕਟ ਹੋ ਗਿਆ ਤੇ ਉਹਦਾ ਕੁਝ ਪਾਰਟ ਟਰਾਂਸਮਿਟ ਹੋ ਗਿਆ। ਕਲੀਅਰ ਹੈ। ਇਹ ਤਾਂ ਸੀ R1 T1। ਹੁਣ ਜੇ ਇਸ ਮੀਡੀਅਮ ਦਾ ਰਿਫਲੈਕਸ਼ਨ ਕੋਐਫੀਸ਼ੀਐਂਟ R1 ਹੈ ਤਾਂ ਓਬਵੀਅਸ ਹੈ ਕਿ ਇਸ ਮੀਡੀਅਮ ਦਾ ਫਿਰ ਰਿਫਲੈਕਸ਼ਨ ਕੋਐਫੀਸ਼ੀਐਂਟ R2 ਹੋਊਗਾ। ਜੇ ਇਸ ਮੀਡੀਅਮ 'ਚ ਕੋਈ ਵੇਵ ਰਿਫਲੈਕਟ ਹੋ ਰਹੀ ਹੈ ਤਾਂ ਉਹਦਾ R2 ਹੋਊਗਾ। ਜੇ ਇਸ ਮੀਡੀਅਮ 'ਚ ਟਰਾਂਸਮਿਸ਼ਨ ਕੋਐਫੀਸ਼ੀਐਂਟ T1 ਹੈ ਤਾਂ ਇਸ ਮੀਡੀਅਮ ਦੇ ਲਈ ਫਿਰ ਟਰਾਂਸਮਿਸ਼ਨ ਕੋਐਫੀਸ਼ੀਐਂਟ ਕੀ ਹੋਊਗਾ, T2 ਹੋਊਗਾ।
क्लीयर है। तो ये चीज़ां ध्यान रखनिया बेटा। इस मीडियम च रिफ्लैक्शन कोफिशिएंट R1 है, ये R2 है, ये ट्रांसमिशन कोफिशिएंट T1 है, जे इधर ट्रांसमिट हो रही है तो T2 है। तो हुण ये हिसाब नाल आपां अगली डायग्राम है जिहड़ी उहनूं स्टडी करांगे। सो जदों R1E ते T1E दे रस्ते च उरे मिरर रखते आपां ने, एक मिरर M1 इत्थे रखता, एक मिरर M2 आपां ने इत्थे रखता। जदों M1 रखिया तो R1E वापिस आ गई इत्थे। जदों R1E वापिस इत्थे आऊगी तो उहदा कुछ पार्ट रिफ्लैक्ट होऊगा, कुछ पार्ट उहदा ट्रांसमिट होऊगा। हुण जिहड़ा पार्ट रिफ्लैक्ट हो रहा वो सेम मीडियम च हो रहा है, ਇਹਦਾ मतलब R1E ਦੀ फर्दर ਸਪਲਿਟਿੰਗ हो गई। R1E इस पॉइंट ਤੇ ਆ ਕੇ फर्दर ਸਪਲਿਟ ਹੋ ਗਿਆ। ਉਹ ਡਿਪੈਂਡ ਕਰਦਾ ਹੈ ਕਿ ਹੁਣ ਇਹਦਾ ਰਿਫਲੈਕਸ਼ਨ ਕੋਫੀਸ਼ੀਐਂਟ ਕਿੰਨਾ ਹੈ। ਤਾਂ R1E ਜਦੋਂ ਮਿਰਰ ਦੇ ਥਰੂ ਵਾਪਿਸ ਆਇਆ ਇਸ ਬਾਉਂਡਰੀ ਤੇ ਆ ਕੇ ਉਹਦੇ ਤੇ ਫਿਰ ਉਹੀ ਪ੍ਰੋਸੈਸ ਲੱਗਿਆ ਰਿਫਲੈਕਸ਼ਨ ਤੇ ਰਿਫਰੈਕਸ਼ਨ ਦਾ। ਤਾਂ ਜਦੋਂ ਉਹਦੀ ਰਿਫਲੈਕਸ਼ਨ ਹੋਈ R1E ਇਨਟੂ R1 ਬਣ ਗਿਆ ਇਹ। ਕਲੀਅਰ ਹੈ। ਬਟ ਜਦੋਂ ਇਹ R1E ਇੱਧਰ ਗਿਆ ਇੱਥੇ ਇਹਦਾ ਟਰਾਂਸਮਿਸ਼ਨ ਕੋਫੀਸ਼ੀਐਂਟ ਕਿੰਨਾ ਸੀਗਾ T1 सी। तो R1E फर्दर कादे च कन्वर्ट हो गया R1E इंटू T1। ये तो आप गल कर रहे सी R1E की। हुण अगर असी इस वाली रे ते आइए, ये T1E सी रे, ये T1E जदों वापिस गई, वापिस जाके इस पॉइंट ते पहुंची तो ये T1E फर्दर स्प्लिट हो गई, T1E इंटू T2 हो गया क्योंकि ये रिफ्रैक्टिड रे है। ये की है, ये रिफ्रैक्टिड रे है T1E इंटू T2 क्योंकि इस मीडियम च ट्रांसमिशन कोफिशिएंट की है T2। सिमिलरली जो T1E ने उरे आके कुछ रिफ्लैक्ट होना है, सेम मीडियम च वो रिफ्लैक्ट हो रही है तो इत्थे की होगा T1E इंटू R2 होगा। इत्थे रिफ्लैक्ट हो रही है तो तुहानूं इत्थे ध्यान रखना पऊगा भी कित्थे रिफ्लैक्शन है कित्थे रिफ्रैक्शन है। क्लीयर है। तो ये पॉइंट बेटा इत्थों तुहानूं किसी नूं ना समझ आया तो मैनूं पुछ लिओ दुबारा। तो अगर तुहानूं ये डायग्राम क्लीयर है, अगर आप कह रहे हैं कि उरे कोई भी लाइट की एब्जॉर्प्शन नहीं हुई जो पहला स्प्लिटिंग हुई सी, आफ्टर रिवर्सिंग द डायरैक्शन ये रेज इकट्ठियां हो गई, तो इन दैट केस फिर आप देखते हैं कि अपना फेस चेंज कितना आ रहा है। तो अगर आप देखिए टोटल एम्पलीट्यूड ऑफ रे ऑफ लाइट गोइंग फ्रॉम ए बी डैश दे लॉन्ग जी रे जा रही है वह टोटल एम्पलीट्यूड कितना होगा। तो वह टोटल एम्पलीट्यूड की होगा इतों देख लो R1E T1 है, T1E इंटू R2 है। क्लीयर है। हुण देखो ये लाइन मैं डॉटेड ड्रॉ की हुई है। आप कह रहे हैं कि लाइट की कोई एब्जॉर्प्शन नहीं हुई, इस करके जिहड़ी रे आई है वापिस वो दोनों कट्ठियां होके OA दे लॉन्ग ही जाणगियां। इहदा मतलब जिहड़ा आ वाला पोर्शन है दिस पोर्शन इहदे लॉन्ग एम्पलीट्यूड की होना चाहिए 0 होना चाहिए। इस डायरैक्शन दे लॉन्ग एम्पलीट्यूड की होना चाहिए 0 होना चाहिए। कादे अकॉर्डिंग टू प्रिंसीपल ऑफ ऑप्टिकल रिवर्सिबिलिटी। क्लीयर है। तो इत्थे ये वाला एम्पलीट्यूड 0 होना चाहिए। क्यों? क्योंकि असी ये कह रहे हैं कि जिहड़ी रे ट्रैवल करके मिरर्स तो वापिस गई वो उही होगी जिहड़ी OA दे इंसीडेंट हुई सी। इहदा मतलब फिर इहदे लॉन्ग एम्पलीट्यूड रे दा की है 0 है। तो असी सारी इक्वेशन इज इक्वल टू 0 पुट करता। ये देखो T1E कॉमन है, T1E कॉमन कर लिया, R2 प्लस R1 इज इक्वल टू 0, R1 प्लस R2 इज इक्वल टू 0, R2 की हो गया माइनस ऑफ R1 और इज इक्वल टू R। दैट मीनस कि अगर एम्पलीट्यूड अगर थोड़ी रे जिहड़ी सी वो रे टोटली E0 साइन ओमेगा T दी फॉर्म च सी ते वो रिफ्लैक्टिड हो रही है अपर मीडियम दे विच, तो वह एम्पलीट्यूड कितना होगा? वह एम्पलीट्यूड R1E सी, सेम मीडियम च वापिस हो रही है तो असं उन्होंने की लिख रहे हैं R1E लिख रहे हैं। बट E की है R1 की है R है विद नेगेटिव साइन है इंटू E0 साइन ओमेगा T है। हुण देखो इंसीडेंट तो हुई सी E0 साइन ओमेगा T, जिहड़ी रिफ्लैक्ट हुई उहदे च उरे माइनस आ गया, उहदे च की आ गया अपने कोल उरे माइनस आ गया। ठीक है जी। तो ये माइनस का मतलब की है कि कितना फेस चेंज होगा इत्थों कैलकुलेट होगा। तो जिहड़ी सैकेंड वेव सी E2 सैकेंड वेव सीगी, सैकेंड आ वाली सीगी T1E, तो सैकेंड पार्ट की हो गया R2 पॉजिटिव है R E0 साइन ओमेगा T। इट मीनस कि E1 तो हो गया अपने को माइनस
माइनस का मतलब की है आर ई नॉट साइन ओमेगा टी प्लस पाई, ये इन्ना ही बन गया। दैट मीनस कि उरे जिहड़ा फेज चेंज होया, फेस चेंज होया पाई का, मतलब ये नैगेटिव साइन की दसदा है, ये नैगेटिव साइन दसदा है कि इत्थे फेस चेंज कितना होया, फेस चेंज होया इत्थे पाई का। पर ये चीज़ ध्यान रखनी है, देखो बेटा ये एक बहुत इंपॉर्टेंट पॉइंट है कि जिहड़ा फेज चेंज हो रहा है, ये फेज चेंज तां हो रहा है जे रे ऑफ लाइट रेयरर टू डेंसर जाऊगी, मतलब डेंस मीडियम की बाउंड्री ते रिफ्लैक्ट हो रही है, फिर तो फेस चेंज होगा। पर अगर असीं इहदी दूजी कंडीशन देखिए, इन्हां दोनों नूं देखिए, आ बाउंड्री नूं देखिए, इत्थे ये डेंसर मीडियम है, इधर ये रेयरर है, मतलब इत्थे लाइट ट्रैवल कर रही है डेंसर टू रेयरर। तो जो लाइट ने डेंसर टू रेयरर जाना है उदों कोई भी फेज चेंज नहीं होगा। ये चीज़ का ध्यान रखना है कि फेज चेंज उदों ही कंसीडर होगा जदों रे ट्रैवल करूगी फ्रॉम रेयरर टू डेंसर। जे डेंसर टू रेयरर जा रही है फिर इस तरह का कोई फेज चेंज है जिहड़ा वो अपीयर नहीं हुंदा कंडीशन दे विच। तां ये चीज़ तुसीं ध्यान रखनी है। तां इत्थे बेटा ये एक इहदे च पॉइंट भी है, देखो पॉइंट दे विच की है, ये तो मैं तुहानूं दस ही चुकी हाँ कि एक्सपैरीमेंट शोज़ दैट दिस फेज डिफरेंस प्रोड्यूस ओनली इफ वेव ट्रैवल फ्रॉम रेयरर टू डेंसर। सैकेंड पॉइंट है अलोंग ए ओ एम्पलीट्यूड विल बी। हुण ए ओ दे अलोंग फिर एम्पलीट्यूड है जिहड़ा वो कितना होगा, ए ओ दे अलोंग एम्पलीट्यूड कितना होगा, इन्हां दोनों का प्लस होगा, जो वापिस आया वह प्लस होगा। तो वापिस की आया अपने को, देखो T1 T2 E R1 का स्केयर इंटू E इज इक्वल टू टोटल एम्पलीट्यूड, इज इक्वल टू टोटल एम्पलीट्यूड, क्योंकि असी प्रिंसीपल ऑफ ऑप्टिकल रिवर्सिबिलिटी यूज़ कर रहे हैं। तो इतों E जोड़ा है कैंसल हो गया, T1 T2 की बन गया 1 माइनस R1 का स्केयर बन गया। ठीक है जी। तो फार्मूला जोड़ा है कई बार न्यूमेरिकल्स वगैरह के यूज़ हो जाता है, तो ये भी चीज़ ध्यान रखनी है बेटा। पेपर से जो क्वेश्चन है मोस्ट ऑफ द टाइम ये स्टोक्स ला दे नाम दे नाल आंदा है क्वेश्चन। तो इत्थे अपना ये लैक्चर खत्म है। थैंक्स अ लॉट।